ਇੱਥੇ ਕਿਹੜੀ ਜਿਹੜੀ ਲੁੱਕ ਪਾਈ ਆ, ਜਿਹੜੀ ਉਹ ਲੁੱਕ ਦੀਦੀ ਨਹੀਂ। ਤੇ ਇੱਥੇ ਜਿਹੜੇ ਆ ਸਾਨੂੰ ਖੱਡਿਆਂ ਦੇ ਵਿੱਚ ਜਿਹੜਾ ਆ ਸੜਕ ਨੂੰ ਲੱਭਣਾ ਪੈ ਰਿਹਾ। ਜੇ ਤੁਸੀਂ ਇੱਥੇ ਖੱਡਿਆਂ ਦੇ ਵਿੱਚ ਸੜਕ ਨੂੰ ਲੱਭ ਕੇ ਦਿਖਾ ਦਿਓ, ਮੈਂ ਤੁਹਾਨੂੰ ਜਿਹੜਾ 1 ਕਰੋੜ ਦਾ ਇਨਾਮ ਦਿੰਦਾ। ਇਹ ਬ੍ਰਾਹਮਣਵਾਦ ਜਾਂ ਮਨੂਵਾਦ ਇਹ ਕਹਿੰਦਾ ਆ ਕਿ ਇੱਕ ਬੰਦੇ ਦੀ, ਇੱਕ ਮਨੁੱਖ ਦੀ ਦੂਜੇ ਮਨੁੱਖ ਦੇ ਦੁਆਰਾ ਲੁੱਟ ਕਿੱਦਾਂ ਕਰਨੀ ਆ, ਉਹਦਾ ਅਪਮਾਨ ਕਿੱਦਾਂ ਕਰਨਾ। ਇਹ ਸਰਕਾਰਾਂ ਜਿਹੜੀਆਂ ਆ ਸਾਨੂੰ ਗਰੀਬ ਰੱਖ ਕੇ, ਬਿਲਕੁਲ ਗਰੀਬ ਰੱਖ ਕੇ ਇਹ ਸਾਨੂੰ ਮੰਗਤੇ ਬਣਾ ਕੇ ਰੱਖਣਾ ਚਾਹੁੰਦੀਆਂ ਆ। ਵੋਟਾਂ ਦੇ ਵਿੱਚ ਇਹ ਲੋਕੀ ਜਿਹੜੇ ਮੰਗਤੇ ਬਣ ਕੇ ਸਾਡੇ ਕੋਲੋਂ ਜਿਹੜੀ ਆ ਉਹ ਕੁਛ ਨਾ ਕੁਛ ਮੰਗਣਗੇ, ਉਹਦੇ ਬਦਲੇ ਅਸੀਂ ਕਹਾਂਗੇ ਤੂੰ ਵੋਟ ਪਾਉਂਗਾ ਤੇ ਤੈਨੂੰ ਜਿਹੜੀ ਆ ਤੇਰੀ ਆ ਚੀਜ਼ ਜਿਹੜੀ ਆ ਜ਼ਰੂਰਤ ਆ ਜਿਹੜੀ ਹੈ ਤੇਰੀ ਪੂਰੀ ਕੀਤੀ ਜਾਊਗੀ। ਜੇ ਸਾਡੇ ਸਬਰ ਦਾ ਬੰਨ ਟੁੱਟ ਗਿਆ ਤੇ ਤੁਸੀਂ ਦੇਖ ਲਿਓ ਸਾਡੀਆਂ ਕੁਰਸੀਆਂ ਵੀ ਵਿੱਚ ਉਸ ਹੜ੍ਹ ਦੇ ਵਿੱਚ ਰੁੜਦੀਆਂ ਦਿਖਣਗੀਆਂ। ਸੋ ਇਹ ਜਿਹੜਾ ਬਹਿਰਾਮ ਤੋਂ ਮਾਲਪੁਰ ਰੋਡ ਉੱਤੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ। ਸੋ ਸਾਡੇ ਨਾਲ ਗੱਲਬਾਤ ਕਰਨ ਲਈ ਐਡਵੋਕੇਟ ਹਨੀ ਆਜ਼ਾਦ ਹੁਣੀ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਉਂ ਪੰਜਾਬ ਵਿੱਚ ਅਜਿਹੇ ਧਰਨੇ ਲਾਉਣ ਦੀ ਜਿਹੜੀ ਇਹ ਇੱਕ ਲੜੀਵਾਰ ਕਹਿ ਸਕਦੇ ਹਾਂ ਕਿ ਲੜੀ ਤੁਰ ਪਈ ਆ। ਚਾਹੇ ਕਿਸਾਨਾਂ ਦਾ ਮੁੱਦਾ ਹੋ ਗਿਆ, ਚਾਹੇ ਹਾਥਰਸ ਵਿੱਚ ਇੱਕ ਦਲਿਤ ਲੜਕੀ ਨਾਲ ਜਿਹੜਾ ਰੇਪ ਹੁੰਦਾ ਆ, ਇਹ ਸਾਰਾ ਇਹ ਮਸਲਾ ਕਿਸ ਹਿਸਾਬ ਨਾਲ ਲੈਂਦੇ ਹੋ ਤੁਸੀਂ? ਕਿਉਂਕਿ ਇਹ ਉਹ ਪੰਜਾਬ ਆ ਜਿੱਥੇ ਇਦਾਂ ਦੀਆਂ ਰੌਣਕਾਂ ਮੇਲਿਆਂ ਵੀ ਦੇਖਣ ਨੂੰ ਮਿਲਦੀਆਂ ਹੁੰਦੀਆਂ ਸੀ, ਪਰ ਅੱਜ ਕੱਲ੍ਹ ਸੜਕਾਂ ਉੱਤੇ ਇਦਾਂ ਦੇ ਧਰਨੇ ਪ੍ਰਦਰਸ਼ਨ ਕੀਤੇ। ਕੀ ਬੱਚਾ, ਕੀ ਬਜ਼ੁਰਗ ਤੇ ਕੀ ਔਰਤਾਂ ਸਾਰੀਆਂ ਹੀ ਪੱਬਾਂ ਭਰ ਹੋਈਆਂ ਪਈਆਂ ਸਰਕਾਰਾਂ ਦੇ ਖਿਲਾਫ। ਦੇਖੋ ਸਾਡੇ ਭਾਰਤ ਦੇਸ਼ ਦੇ ਵਿੱਚ ਇੱਕ ਸਿਸਟਮ ਚੱਲ ਪਿਆ ਕਿ ਜਿਹੜੀਆਂ ਇਹ ਸਰਕਾਰਾਂ ਆ, ਜੋ ਵੀ ਸਰਕਾਰਾਂ ਆ, ਇਹਨਾਂ ਨੇ ਜੇ ਕੋਈ ਨੀਤੀ ਬਣਾਉਣੀ ਹੁੰਦੀ ਆ, ਉਹ ਸੰਵਿਧਾਨ ਦੇ ਵਿੱਚ ਦਿੱਤੇ ਗਏ ਦਿਸ਼ਾ ਨਿਰਦੇਸ਼ ਆ ਜਿਹੜੇ ਭਾਗ ਨੰਬਰ 4 'ਚ ਹੈਗੇ ਆ, ਉਹ ਜਿਹੜੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਜਿਹੜੀ ਕੋਈ ਵੀ ਨੀਤੀ ਬਣਾਉਣੀ ਹੁੰਦੀ ਆ, ਉਸ ਦੇ ਵਿੱਚ ਖਾਸ ਕਰਕੇ ਲਿਖਿਆ ਗਿਆ ਆ ਕਿ ਜਦੋਂ ਵੀ ਅਸੀਂ ਕੋਈ ਨੀਤੀ ਬਣਾਉਣੀ ਆ ਤੇ ਉਸ ਦੇ ਵਿੱਚ ਜਦੋਂ ਆਪਾਂ ਗਰੀਬ ਤਬਕੇ ਦਾ ਜਿਹੜਾ ਆ, ਦਲਿਤ ਸ਼ੋਸ਼ਿਤ ਸਮਾਜ ਜਿਹੜਾ ਆ, ਉਹਦਾ ਜਿਹੜਾ ਮੁੱਖ ਧਿਆਨ ਰੱਖਣਾ ਹੈ, ਉਸ ਦੇ ਲਈ ਜਿਹੜੀਆਂ ਨੀਤੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ, ਨਾ ਕਿ ਕਿਸੇ ਪੂੰਜੀਵਾਦੀ ਦੇ ਫਾਇਦੇ ਕਰਨ ਲਈ। ਜਦ ਕਿ ਇਹ ਸਿਸਟਮ ਜਿਹੜਾ ਆ ਸਾਡੇ ਦੇਸ਼ ਦੇ ਵਿੱਚ ਇਹ ਚੱਲ ਪਿਆ ਕਿ ਜਿਹੜੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਇਹ ਪੂੰਜੀਵਾਦੀਆਂ ਦੇ ਹੱਕ ਦੀਆਂ ਬਣਾਈਆਂ ਜਾ ਰਹੀਆਂ। ਅੰਬਾਨੀ ਅਡਾਨੀ ਨੂੰ ਸਾਰਾ ਕੁਝ ਜਿਹੜਾ ਲੁਟਾ ਦਿੱਤਾ ਜਾ ਰਿਹਾ ਆ। ਜਿੰਨੀਆਂ ਸਾਡੀਆਂ ਸਰਕਾਰੀ ਕੰਪਨੀਆਂ ਆ, BPCL ਲਾ ਲਓ, ਰੇਲਵੇਜ਼ ਲਾ ਲਓ, ਇੰਡੀਅਨ ਏਅਰਵੇਜ਼ ਲਾ ਲਓ, ਜਾਂ ਕੋਈ ਵੀ ਜਿਹੜੀਆਂ ਸਰਕਾਰੀ ਕੰਪਨੀਆਂ ਸੀ ਜਿੱਥੋਂ ਸਰਕਾਰ ਨੂੰ ਜਿਹੜਾ ਆ ਆਮਦਨ ਦਾ ਸਰੋਤ ਸੀ, ਜਿਨ੍ਹਾਂ ਨੂੰ ਨਵਰਤਨ ਕਿਹਾ ਜਾਂਦਾ ਸੀਗਾ। ਨਵਰਤਨ ਜਿਹੜੀਆਂ ਕੰਪਨੀਆਂ ਨਵਰਤਨ ਦੇ ਰੂਪ ਵਿੱਚ ਉਹਨਾਂ ਦਾ ਸ਼ੁਮਾਰ ਸੀ, ਉਹਨਾਂ ਨੂੰ ਅਵਾਰਡ ਮਿਲਦੇ ਸੀ ਤੇ ਉਹ ਇਹਨਾਂ ਹੀ ਦਿਨਾਂ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਉਹ ਵਾਅਦੇ ਕੀਤੇ, ਮਤਲਬ ਕਿ ਉਹਨਾਂ ਨੇ ਮੁਨਾਫਾ ਘਟਿਆ ਸੀ। ਪਰ ਇਹ ਜਿਹੜੀਆਂ ਜ਼ਾਲਮ ਸਰਕਾਰਾਂ ਆ, ਇਹ ਜਿਹੜੇ ਇਹ ਬ੍ਰਾਹਮਣਵਾਦੀ ਨੀਤੀ ਦੇ ਰਾਹੀਂ, ਬ੍ਰਾਹਮਣਵਾਦ ਦਾ ਮਤਲਬ ਹੈ ਕਿ ਮਨੂਵਾਦ ਪਲੱਸ ਪੂੰਜੀਵਾਦ। ਮਨੂਵਾਦ ਜਿਹੜਾ ਆ ਉਹ ਕਹਿੰਦਾ ਆ, ਇਹ ਬ੍ਰਾਹਮਣਵਾਦ ਜਾਂ ਮਨੂਵਾਦ ਇਹ ਕਹਿੰਦਾ ਆ ਕਿ ਇੱਕ ਬੰਦੇ ਦੀ, ਇੱਕ ਮਨੁੱਖ ਦੀ ਦੂਜੇ ਮਨੁੱਖ ਦੇ ਦੁਆਰਾ ਲੁੱਟ ਕਿੱਦਾਂ ਕਰਨੀ ਆ, ਉਹਦਾ ਅਪਮਾਨ ਕਿੱਦਾਂ ਕਰਨਾ, ਇਹ ਸਿਖਾਇਆ ਜਾ ਰਿਹਾ। ਇੱਥੇ ਜਾਤੀਵਾਦ ਨੂੰ ਬੜਾਵਾ ਦਿੱਤਾ ਜਾ ਰਿਹਾ। ਇੱਥੇ ਜਿਹੜਾ ਪੂੰਜੀਵਾਦ ਨੂੰ ਪੂਰੀ ਤਰ੍ਹਾਂ ਨਾਲ ਬੜਾਵਾ ਦਿੱਤਾ ਜਾ ਰਿਹਾ। ਜਿਹੜੀ ਔਰਤ ਇੱਥੇ ਸੁਰੱਖਿਅਤ ਨਹੀਂ ਹੈ। ਇੱਥੇ ਜਿਹੜੀ ਆ ਦਲਿਤ ਸ਼ੋਸ਼ਿਤ ਸਮਾਜ ਆ ਜਿਹੜਾ ਉਹ ਸੁਰੱਖਿਅਤ ਨਹੀਂ ਹੈ। ਦੇਖੋ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਨੇ ਜਿਹੜਾ 21 ਆਰਟੀਕਲ ਜੋੜਿਆ, 21 ਆਰਟੀਕਲ ਦੇ ਵਿੱਚ ਸਾਨੂੰ ਜੀਣ ਦਾ ਅਧਿਕਾਰ ਹੈ। ਜੀਣ ਦਾ ਅਧਿਕਾਰ ਕਿਵੇਂ? ਜਿਹੜੀਆਂ ਮਾਣਯੋਗ ਅਦਾਲਤਾਂ ਸੁਪਰੀਮ ਕੋਰਟ ਨੇ ਹੈਗੀਆਂ ਨੇ, ਉਹਨਾਂ ਨੇ ਕਿਹਾ ਕਿ ਜਿਹੜਾ ਜੀਣ ਦਾ ਅਧਿਕਾਰ ਹੈ ਉਹ ਜਿਹੜਾ ਉਹ ਡਿਗਨੀਫਾਈਡ ਮੈਨਰ ਵਿੱਚ ਜੀਣ ਦਾ ਅਧਿਕਾਰ ਹੈ। ਜਦ ਕਿ ਅਸੀਂ ਜੇ ਲੰਘੀਏ, ਇਸ ਰੋਡ ਤੋਂ ਲੰਘੀਏ, ਤਾਂ ਤੁਸੀਂ ਦੇਖ ਲਓ ਕਿ ਇਹ ਜੀਣ ਦਾ ਅਧਿਕਾਰ ਡਿਗਨੀਫਾਈਡ ਮੈਨਰ ਵਾਲਾ ਨਹੀਂ, ਜਦ ਕਿ ਜਲਾਲਤ ਭਰੀ ਜ਼ਿੰਦਗੀ ਜਿਉਣ ਦਾ ਜਿਹੜਾ ਆ, ਅਸੀਂ ਆਪਣਾ ਅਧਿਕਾਰ ਜਿਹੜਾ ਆ, ਆਪਣੀ ਜ਼ਿੰਦਗੀ ਜਿਹੜੀ ਕੱਟ ਰਹੇ ਆ ਤੇ ਜਲਾਲਤ ਭਰੀ ਜ਼ਿੰਦਗੀ ਜਿਹੜੀ ਕੱਟ ਰਹੇ ਆ। ਤੇ ਇਹ ਇਦਾਂ ਦੀ ਜਦੋਂ ਸਰਕਾਰਾਂ ਨੀਤੀਆਂ ਬਣਾਉਂਦੀਆਂ, ਪੂੰਜੀਵਾਦ ਦੇ ਜਿਹੜੇ ਹੱਕ 'ਚ ਜਿਹੜੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹੋਣ ਤੇ ਦਲਿਤ ਸ਼ੋਸ਼ਿਤ ਗਰੀਬ ਜਿਹੜਾ ਤਬਕਾ ਆ, ਮਿਡਲ ਕਲਾਸ ਆ ਜਿਹੜਾ, ਉਸ ਨੂੰ ਬਿਲਕੁਲ ਇਗਨੋਰ ਕੀਤਾ ਜਾ ਰਿਹਾ ਹੋਵੇ, ਤਾਂ ਕਿਉਂਕਿ ਲੋਕ ਉੱਠਦੇ ਨਹੀਂ। ਲੋਕਾਂ ਨੂੰ ਇਹ ਸਮਝਣਾ ਪੈਣਾ ਕਿ ਜਿਹੜੇ ਲੋਕ ਆ ਉਹ ਲੜਨਾ ਜਿਹੜਾ ਜਾਣਦੇ ਆ। ਜੇ ਤੁਸੀਂ ਗੁਆਂਢ ਦੇ ਵਿੱਚ ਕਿਤੇ ਲੜਾਈ ਹੋ ਜਾਵੇ ਤਾਂ ਉਹ ਲੜਨਾ ਜਾਣਦੇ ਆ, ਗਾਲਾਂ ਕੱਢਣਗੇ, ਉਹ ਇੱਕ ਦੂਜੇ ਨਾਲ ਹੱਥੋਂ ਪਾਈ ਹੋਣਗੇ। ਉਹ ਜਿਹੜੇ ਆ ਉਹ ਮਰਨਾ ਵੀ ਜਾਣਦੇ, ਇੱਕ ਦੂਜੇ ਦਾ ਸਿਰ ਪਾੜਨ ਲਈ ਤਿਆਰ ਹੈਗੇ ਆ। ਸਾਡੇ ਜਿੰਨੀ ਨੌਜਵਾਨ ਪੀੜ੍ਹੀ ਆ ਉਹ ਸਿਰ ਪਾੜਨ ਨੂੰ ਤਿਆਰ ਆ, ਪਰ ਖੜਨਾ ਨਹੀਂ ਜਾਣਦੀ। ਉਹ ਜਦੋਂ ਇੱਦਾਂ ਧਰਨਿਆਂ ਦੇ ਵਿੱਚ ਆ ਕੇ ਉਹ ਸਰਕਾਰ ਦੇ ਖਿਲਾਫ ਜਦੋਂ ਖੜਨਾ ਸ਼ੁਰੂ ਕਰ ਦਿੱਤਾ, ਉਦੋਂ ਦੇਖਿਓ ਜਿਹੜੀਆਂ ਇਹ ਜ਼ਾਲਮ ਸਰਕਾਰਾਂ ਆ, ਜਿਹੜੀਆਂ ਪੂੰਜੀਵਾਦੀ ਜਿਹੜੀਆਂ ਸਰਕਾਰਾਂ ਨੇ, ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਣੀ ਆ। ਪਰ ਤੁਹਾਨੂੰ ਨਹੀਂ ਲੱਗਦਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜਿਹੜੇ ਇੱਦਾਂ ਨੌਜਵਾਨਾਂ ਦੀ ਗੱਲ ਕੀਤੀ ਜਾਂ ਹੋਰ ਲੋਕਾਂ ਦੀ ਗੱਲ ਕੀਤੀ ਕਿ ਧਰਨਿਆਂ ਵਿੱਚ ਆਣ ਕੇ ਨਹੀਂ ਖੜਦੇ ਹੈਗੇ, ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਜਿਹੜੀ ਇਹ ਆਰਥਿਕਤਾ ਹੈ ਜਿਹੜੀ ਆਪਣੀ, ਉਹ ਕਿਤੇ ਨਾ ਕਿਤੇ ਇਹ ਉਹਦਾ ਮੇਨ ਕਾਰਨ ਹੈ? ਕਿਉਂਕਿ ਆਪਾਂ ਜਾਣਦੇ ਹਾਂ, ਖਾਸ ਕਰ ਪੰਜਾਬ ਦੀ ਆਪਾਂ ਗੱਲ ਕਰ ਲਈਏ, ਅਕੋਰਡਿੰਗ ਟੂ
ਯੂਪੀ ਵਿੱਚ ਇਹ ਰੇਪ ਕੇਸ ਹੁੰਦੇ ਆ, ਹੋਰ ਵੀ ਦਲਿਤਾਂ ਦੇ ਬਹੁਤ ਸਾਰੇ ਅਤਿਆਚਾਰ ਹੁੰਦੇ ਆ, ਕਾਫੀ ਵੀਡੀਓ YouTube ਤੇ ਮਿਲ ਜਾਣੀਆਂ, ਉਹ ਨਿਊਜ਼ ਵਗੈਰਾ ਮਿਲ ਜਾਂਦੀਆਂ ਆ। ਪਰ ਉੱਥੇ ਸਭ ਤੋਂ ਵੱਡੀ ਆਪਾਂ ਪ੍ਰੋਬਲਮ ਤੁਹਾਨੂੰ ਲੱਗਦਾ ਕਿ ਇਹ ਵਾਲੀ ਆ ਕਿ ਉੱਥੇ ਜਿਹੜੇ ਦਲਿਤ ਪਰਿਵਾਰ ਹੈ ਉਹ ਕਾਫੀ ਗਰੀਬ ਆ ਤੇ ਉਹਨਾਂ ਕੋਲ ਸਿਰਫ ਰੋਟੀ ਕਮਾਉਣ ਦਾ ਜਿਹੜਾ ਉਹ ਟਾਈਮ ਆ, ਤੇ ਜਿਹੜੀ ਆਪਣੀ ਆਰਥਿਕਤਾ ਸਹੀ ਕਰਨ ਲਈ ਉਹ ਜਿਹੜੀ ਰੋਜੀ ਰੋਟੀ ਕਮਾਉਂਦੇ ਆ ਜਾਂ ਦਿਹਾੜੀ ਮਜ਼ਦੂਰੀ ਕਰਦੇ ਆ, ਉਹਦੇ ਕਰਕੇ ਜਿਹੜੀਆਂ ਸਰਕਾਰਾਂ ਖਰਾਬ, ਕਿਉਂਕਿ ਲੜਾਈ ਕਰਨ ਲਈ ਹੁਣ ਆਪਾਂ ਗੱਲ ਕਰਦੇ ਜੇ ਆਪਾਂ ਧਰਨੇ ਉੱਤੇ ਆਏ ਆ ਤਾਂ ਆਪਾਂ ਜਿਹੜਾ ਆਪਣਾ ਕੰਮ ਹੈ ਉਹ ਛੱਡ ਕੇ ਆਏ ਆ। ਸੋ ਆਪਾਂ ਨੂੰ ਉਹ ਕਿਤੇ ਨਾ ਕਿਤੇ ਸਾਨੂੰ ਲੱਗਦਾ ਕਿ ਜਿਹੜੇ 2 ਘੰਟੇ ਜੇ ਆਪਾਂ ਇੱਥੇ ਖਰਾਬ ਕੀਤੇ 2 ਘੰਟੇ ਉਹਨਾਂ ਲਈ ਉਹਨੂੰ ਜਿਹੜਾ ਪੂਰੀ ਤਰ੍ਹਾਂ ਜਾਂ ਆਪਣੀ ਕਮਾਈ ਦੇ ਸਾਧਨ ਲਈ ਕਰਕੇ ਉਹਨੂੰ ਜਿਹੜਾ ਇਹ 2 ਘੰਟੇ ਨੂੰ ਜਿਹੜਾ ਇੱਕ ਪੈਸਾ ਜਿਹੜਾ ਉਹ ਤੋਂ 2 ਘੰਟੇ ਵਿੱਚ ਆਉਣਾ ਸੀ, ਉਹ ਕਿਤੇ ਨਾ ਕਿਤੇ ਜਿਹੜਾ 2 ਘੰਟੇ ਮਿਸ ਹੋ ਗਿਆ ਤਾਂ ਮੁੜ ਕੇ ਆ ਨਹੀਂ ਸਕਦਾ ਪੈਸਾ ਉਹਨਾਂ ਕੋਲ। ਦੇਖੋ ਜਾਣ ਬੁੱਝ ਕੇ ਜਿਹੜੀਆਂ ਸਰਕਾਰਾਂ ਆ ਸਾਨੂੰ ਗਰੀਬ ਤੋਂ ਗਰੀਬ ਬਣਾਉਣਾ ਚਾਹੁੰਦੀਆਂ ਆ। ਅਮੀਰੀ ਤੇ ਗਰੀਬੀ ਦਾ ਜਿਹੜਾ ਪਾੜਾ ਆ, ਜਿਹੜਾ ਇਹ ਗੈਪ ਆ, ਉਸ ਨੂੰ ਵਧਾਇਆ ਜਾ ਰਿਹਾ, ਜਾਣ ਬੁੱਝ ਕੇ ਵਧਾਇਆ ਜਾ ਰਿਹਾ। ਜਦ ਕਿ ਇਹਨਾਂ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਨੀਤੀਆਂ ਇਹੋ ਜਿਹੀਆਂ ਬਣਾਈਆਂ ਜਾਣ ਜਿਹਦੇ ਨਾਲ ਜਿਹੜੀ ਗਰੀਬੀ ਤੇ ਅਮੀਰੀ ਦਾ ਜਿਹੜਾ ਪਾੜਾ ਆ ਉਹ ਘੱਟ ਤੋਂ ਘੱਟ ਹੋਵੇ। ਸੰਵਿਧਾਨ ਦੇ ਵਿੱਚ ਇਹ ਗੱਲਾਂ ਲਿਖੀਆਂ ਹੋਈਆਂ ਆ ਕਿ ਸਰਕਾਰ ਨੇ ਇਹੋ ਜਿਹੇ ਸਟੈਪ ਚੱਕਣੇ, ਇਹੋ ਜਿਹੀਆਂ ਨੀਤੀਆਂ ਬਣਾਉਣੀਆਂ ਕਿ ਜਿਹੜਾ ਅਮੀਰੀ ਤੇ ਗਰੀਬੀ ਦਾ ਜਿਹੜਾ ਪਾੜਾ ਆ ਉਹ ਘੱਟ ਤੋਂ ਘੱਟ ਹੋਵੇ। ਇਹ ਸਰਕਾਰਾਂ ਜਿਹੜੀਆਂ ਆ ਸਾਨੂੰ ਗਰੀਬ ਰੱਖ ਕੇ, ਬਿਲਕੁਲ ਗਰੀਬ ਰੱਖ ਕੇ ਇਹ ਸਾਨੂੰ ਮੰਗਤੇ ਬਣਾ ਕੇ ਰੱਖਣਾ ਚਾਹੁੰਦੀਆਂ ਆ। ਜਦੋਂ ਉਹਦਾ ਕਾਰਨ ਇਹ ਆ ਕਿ ਜਦੋਂ ਵੀ ਵੋਟਾਂ ਹੋਣਗੀਆਂ, ਵੋਟਾਂ ਦੇ ਵਿੱਚ ਇਹ ਲੋਕੀ ਜਿਹੜੇ ਮੰਗਤੇ ਬਣ ਕੇ ਸਾਡੇ ਕੋਲੋਂ ਜਿਹੜੀ ਆ ਉਹ ਕੁਛ ਨਾ ਕੁਛ ਮੰਗਣਗੇ, ਉਹਦੇ ਬਦਲੇ ਅਸੀਂ ਕਹਾਂਗੇ ਤੂੰ ਵੋਟ ਪਾਉਂਗਾ ਤੇ ਤੈਨੂੰ ਜਿਹੜੀ ਆ ਤੇਰੀ ਆ ਚੀਜ਼ ਜਿਹੜੀ ਆ ਜ਼ਰੂਰਤ ਆ ਜਿਹੜੀ ਹੈ ਤੇਰੀ ਪੂਰੀ ਕੀਤੀ ਜਾਊਗੀ। ਜਦ ਕਿ ਇਹ ਇਦਾਂ ਦਾ ਸਿਸਟਮ ਨਹੀਂ ਹੋਣਾ ਚਾਹੀਦਾ। ਜੇ ਸਰਕਾਰਾਂ ਇੱਥੋਂ ਦੀਆਂ ਬਣਦੀਆਂ ਆ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਸਰਕਾਰਾਂ ਆਪਣੀ ਜ਼ਿੰਮੇਵਾਰੀ ਸਮਝਣ। ਜਿਹੜਾ ਉਹਨਾਂ ਨੂੰ ਜਿਹੜੇ ਸੰਵਿਧਾਨ ਦੇ ਵਿੱਚ ਉਹਨਾਂ ਨੇ ਸਹੁੰ ਖਾਧੀ ਆ ਕਿ ਇੱਥੋਂ ਦੇ ਨਾਗਰਿਕਾਂ ਦੀ ਅਸੀਂ ਰੱਖਿਆ ਕਰਾਂਗੇ। ਜਦ ਕਿ ਉਹ ਜਿਹੜੀ ਰੱਖਿਆ ਤਾਂ ਕੀ ਉਹ ਆ ਕੇ ਕਿਤੇ ਦੇਖਦੇ ਵੀ ਨਹੀਂ ਆ ਵੀ ਸਾਡੇ ਲੋਕ ਕਿੱਥੇ ਵਸ ਰਹੇ ਆ, ਕਿੱਦਾਂ ਵਸ ਰਹੇ ਆ। ਜਿਹੜੇ ਮਨੀਸ਼ ਤਿਵਾੜੀ ਜੀ ਜਿਹੜੇ ਮਾਣਯੋਗ ਇੱਥੋਂ ਦੇ ਆਪਣੇ MP ਹੈਗੇ ਆ, ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਮੈਂ ਯਾਰ ਵੋਟਾਂ ਲੈ ਕੇ ਮੈਂ ਬਣ ਗਿਆ, ਮੈਂ ਸਰਕਾਰ ਬਣਾ ਲਈ, ਮੈਂ ਸੰਸਦ ਬਣ ਗਿਆ, ਪਰ ਉਹਨਾਂ ਨੇ ਕਦੀ ਇਹ ਸੋਚਿਆ ਕਿ ਜਿਹੜਾ ਇਹ ਲੋਕਾਂ ਦੀ ਕਿੱਦਾਂ ਦੀ ਜ਼ਿੰਦਗੀ ਬਸਰ ਹੋ ਰਹੀ ਆ। ਇਹ ਤੁਸੀਂ ਰੋਡ ਦੇ ਉੱਤੇ ਵੀਡੀਓ ਜਿਹੜੀ ਆ ਬਣਾ ਕੇ ਦੇਖੋ, ਆਪਣਾ ਕੈਮਰਾ ਇਸ ਰੋਡ ਤੇ ਘੁਮਾ ਕੇ ਦੇਖੋ, ਇੱਕ ਡਰੋਨ ਲਓ, ਡਰੋਨ ਨੂੰ ਇਹਦਾ ਚਲਾ ਦਿਓ, ਪੂਰਾ ਉਹ ਰੋਡ ਤੱਕ ਚਲਾ ਕੇ ਦੇਖੋ, ਤੁਹਾਨੂੰ ਕਿਤੇ ਵੀ ਟੋਇਆਂ ਦੇ ਵਿੱਚ ਰੋਡ ਨਹੀਂ ਲੱਭੇਗੀ। ਜਦ ਕਿ ਜੇ ਚੰਡੀਗੜ੍ਹ ਚਲ ਜਾਈਏ ਜਾਂ ਜਿਹੜੇ ਟੋਲ ਪਲਾਜ਼ੇ ਵਾਲੇ ਰੋਡ ਆ ਜਿਨ੍ਹਾਂ ਨੂੰ ਪ੍ਰਾਈਵੇਟਾਈਜ਼ ਕੀਤਾ ਗਿਆ ਆ, ਇਹ ਪ੍ਰਾਈਵੇਟਾਈਜ਼ ਕਵਾਂਗੇ ਇਹਨਾਂ ਨੂੰ, ਜਿੱਥੇ ਟੋਲ ਪਲਾਜ਼ੇ ਲਾਏ ਆ ਉੱਥੇ ਤੁਸੀਂ ਜਿਹੜਾ ਆ ਖੱਡਾ ਲੱਭ ਕੇ ਦਿਖਾ ਦਿਓ, ਕੋਈ ਖੱਡਾ ਨਹੀਂ ਮਿਲੇਗਾ। ਜਦ ਕਿ ਆ ਜਿਹੜੀ ਆ ਸਰਕਾਰ ਦੀ ਜ਼ਿੰਮੇਵਾਰੀ ਆ, ਇਹ ਇੱਥੇ ਪ੍ਰਾਈਵੇਟਾਈਜ਼ ਨਹੀਂ ਕੀਤਾ, ਇੱਥੇ ਕੋਈ ਟੋਲ ਪਲਾਜ਼ਾ ਨਹੀਂ ਆ। ਇੱਥੇ ਕਿਹੜੀ ਜਿਹੜੀ ਲੁੱਕ ਪਾਈ ਆ, ਜਿਹੜੀ ਉਹ ਲੁੱਕ ਦੀਦੀ ਨਹੀਂ। ਤੇ ਇੱਥੇ ਜਿਹੜੇ ਸਾਨੂੰ ਖੱਡਿਆਂ ਦੇ ਵਿੱਚ ਜਿਹੜਾ ਆ ਸੜਕ ਨੂੰ ਲੱਭਣਾ ਪੈ ਰਿਹਾ। ਜੇ ਤੁਸੀਂ ਇੱਥੇ ਖੱਡਿਆਂ ਦੇ ਵਿੱਚ ਸੜਕ ਨੂੰ ਲੱਭ ਕੇ ਦਿਖਾ ਦਿਓ, ਮੈਂ ਤੁਹਾਨੂੰ ਜਿਹੜਾ 1 ਕਰੋੜ ਦਾ ਇਨਾਮ ਦਿੰਦਾ। ਤੇ ਇਹ ਜਿਹੜੀ ਚੀਜ਼ ਆ, ਜਿੱਥੋਂ ਜਿਹੜੇ ਇੱਥੋਂ ਦੇ ਵਿਧਾਇਕ ਆ ਮਾਨਯੋਗ ਸੁਖਵਿੰਦਰ ਸੁੱਖੀ ਜੀ, ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਆ ਕਿ ਵੋਟਾਂ ਪਾ ਕੇ ਜਿਹੜੇ ਆ ਇਹ ਗਰੀਬ ਲੋਕਾਂ ਨੇ ਤੁਹਾਨੂੰ ਜਿਹੜਾ ਆ ਵਿਧਾਨ ਸਭਾ 'ਚ ਭੇਜਿਆ। ਵਿਧਾਨ ਸਭਾ ਦੇ ਵਿੱਚ ਤੁਸੀਂ ਭੇਜ ਕੇ ਅੱਖਾਂ ਮੀਟ ਕੇ ਬਹਿ ਗਏ, ਲਾਪਤਾ ਜੇ ਹੋ ਕੇ ਬਹਿ ਗਏ ਆ। ਤੁਹਾਨੂੰ ਇਹ ਚਾਹੀਦਾ ਆ ਕਿ ਇਹ ਜਿਹੜੀ ਲੋਕਾਂ ਦੇ ਜਿਹੜੇ ਹੱਕ ਹਕੂਕ ਆ ਉਹਨਾਂ ਦੇ ਲਈ ਤੁਸੀਂ ਖੜੇ ਹੋਵੋ। ਜਦ ਕਿ ਅਸੀਂ ਤੁਹਾਨੂੰ ਖੜੇ ਕੀਤਾ ਆ, ਤੁਸੀਂ ਖੜੇ ਨਹੀਂ ਹੋ ਰਹੇ, ਤੁਸੀਂ ਲਾਪਤਾ ਹੋ ਗਏ ਆ। ਹੁਣ ਇਸ ਕਰਕੇ ਜੇ ਸਾਡੇ ਵਿਧਾਇਕ ਤੇ ਸੰਸਦ ਨਹੀਂ ਖੜੇ ਹੋਣਗੇ, ਫਿਰ ਸਾਨੂੰ ਲੋਕਾਂ ਨੂੰ ਖੜਨਾ ਪਏਗਾ। ਤੇ ਸਾਡੇ ਲੋਕ ਜਿਹੜੇ ਆ ਖੜਨਾ ਸ਼ੁਰੂ ਹੋ ਗਏ ਆ। ਇਹ ਜਿਹੜੀ ਅੰਦੋਲਨ ਆ ਸ਼ੁਰੂ ਹੋ ਗਿਆ ਆ, ਇਹ ਅੰਦੋਲਨ ਇੱਥੇ ਖਤਮ ਹੋਣ ਵਾਲਾ ਨਹੀਂ ਆ। ਅਸੀਂ ਨਿੱਜੀਕਰਨ ਦੇ ਵੀ ਖਿਲਾਫ ਆ, ਅਸੀਂ ਜਿਹੜੀ ਆ ਔਰਤਾਂ ਦੇ ਖਿਲਾਫ ਸ਼ੋਸ਼ਣ ਦੇ ਖਿਲਾਫ ਆ, ਅਸੀਂ ਜਿਹੜੀ ਸੜਕਾਂ ਦੀ ਖਸਤਾ ਹਾਲਤ ਆ ਉਸ ਦੇ ਖਿਲਾਫ ਆ। ਸਾਨੂੰ ਜੀਣ ਦਾ ਅਧਿਕਾਰ ਚਾਹੀਦਾ, ਅਸੀਂ ਜੀਣ ਦਿਓ ਤੇ ਜੀਓ ਤੇ ਜੀਣ ਦਿਓ ਵਾਲੀ ਨੀਤੀ ਦੇ ਉੱਤੇ ਚੱਲ ਕੇ ਜਿਹੜਾ ਸਰਕਾਰ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਜਿਹੜੇ ਆ ਸਬਰ ਦਾ ਪਰਖ ਨਾ ਲਿਆ ਜਾਵੇ। ਜੇ ਸਾਡਾ ਸਬਰ ਟੁੱਟ ਗਿਆ, ਜਿਹੜਾ ਸਾਡੇ ਸਬਰ ਦਾ ਬੰਨ ਜੇ ਟੁੱਟ ਗਿਆ, ਅਸੀਂ ਬੰਨ ਲਾਇਆ ਹੋਇਆ, ਜੇ ਸਾਡੇ ਸਬਰ ਦਾ ਬੰਨ ਟੁੱਟ ਗਿਆ ਤੇ ਤੁਸੀਂ ਦੇਖ ਲਿਓ ਤੁਹਾਡੀਆਂ ਕੁਰਸੀਆਂ ਵੀ ਵਿੱਚ ਉਸ ਹੜ੍ਹ ਦੇ ਵਿੱਚ ਰੁੜਦੀਆਂ ਦਿਖਣਗੀਆਂ। ਤੇ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ। ਲਾਸਟ ਸਵਾਲ ਮੇਰਾ ਇਹੀ ਹੈ ਕਿ ਜੇ ਕਿਸਾਨੀ ਦੇ ਮੁੱਦੇ ਹੋ ਗਏ, ਇਹ ਰੇਪ ਕੇਸ ਹੋ ਗਏ, ਪੰਜਾਬ ਦੀ ਗੱਲ ਕਰ ਲਈਏ ਜਾਂ ਪੰਜਾਬ ਤੋਂ ਬਾਹਰ ਦੀ ਵੀ ਗੱਲ ਕਰ ਲਈਏ, ਕੀ ਹੱਲ ਹੈ ਇਹਨਾਂ ਦਾ? ਕਿਉਂਕਿ ਆਪਾਂ ਨਾਰਮਲੀ ਗੱਲ ਕਰ ਦਈਏ ਕਿ ਇਹ ਪ੍ਰਦਰਸ਼ਨ ਹੋ ਰਿਹਾ, ਪ੍ਰਦਰਸ਼ਨ ਪਹਿਲਾਂ ਵੀ ਹੋਏ ਆ, ਬਹੁਤ ਚਿਰਾਂ ਤੋਂ ਚੱਲਦੇ ਆ ਰਹੇ ਆ, ਪਰ ਇੱਕ ਢੁਕਵਾਂ ਹੱਲ ਜੇ ਆਪਾਂ ਕਹੀਏ ਵੀ ਇਦਾਂ ਦਾ ਕੁਝ ਵਾਪਰੇ ਨਾ, ਉਹਦਾ ਕੀ ਹੱਲ ਆ? ਦੇਖੋ, ਲੋਕਾਂ ਨੂੰ ਜਿਹੜੀ ਆ ਸੰਵਿਧਾਨ ਦੀ ਜਿਹੜੀ ਆ ਆਪਣੀ ਸਿੱਖਿਆ ਲੈਣੀ ਚਾਹੀਦੀ ਆ। ਲੋਕਾਂ ਨੂੰ ਸੰਵਿਧਾਨ ਨੂੰ ਪੜ੍ਹਨਾ ਚਾਹੀਦਾ ਆ। ਤੇ ਮੈਂ ਇੱਕ YouTube ਚੈਨਲ ਵੀ ਬਣਾਇਆ ਹੋਇਆ ਹੈ, ਉਸ ਵਿੱਚ ਸੰਵਿਧਾਨ ਦੇ ਬਾਰੇ 'ਚ ਮੈਂ ਨੌਲੇਜ ਜਿਹੜੀ ਆ ਲੋਕਾਂ ਨੂੰ ਦਿੰਦਾ ਆ। ਮੈਂ ਕਹਿੰਦਾ ਸੰਵਿਧਾਨ ਦੇ ਬਾਰੇ ਜੇ ਲੋਕੀ ਸਮਝਣ ਲੱਗ ਪੈਣ, ਸੰਵਿਧਾਨ ਨੂੰ ਹੀ ਆਪਣਾ ਜਿਹੜਾ ਮੇਨ ਜਿਹੜਾ ਆ
ਧਾਰਮਿਕ ਗ੍ਰੰਥ ਦੇ ਰੂਪ 'ਚ ਵੀ ਲੈ ਲੈਣ, ਜਾਂ ਆਪਣਾ ਜਿਹੜਾ ਮੁਕਤੀਦਾਤਾ ਆ ਉਹ ਸਾਡਾ ਸੰਵਿਧਾਨ ਆ। ਸੰਵਿਧਾਨ ਦੇ ਵਿੱਚ ਸਭ ਕੁਝ ਬਾਬਾ ਸਾਹਿਬ ਅੰਬੇਦਕਰ ਜੀ ਨੇ ਲਿਖਿਆ। ਇਹਨਾਂ ਸਰਕਾਰਾਂ ਨੇ ਉਸ ਸੰਵਿਧਾਨ ਨੂੰ ਬਹੁਤ ਵਾਰ ਚੇਂਜ ਕਰਨ ਦੀ ਕੋਸ਼ਿਸ਼ ਵੀ ਕੀਤੀ ਆ। ਮਾਨਯੋਗ ਜਿਹੜੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਸੀਗੇ, ਉਹਨਾਂ ਨੇ 1971 ਦੇ ਵਿੱਚ ਸੰਵਿਧਾਨ ਦੇ ਵਿੱਚ 24ਵੀਂ ਅਮੈਂਡਮੈਂਟ ਕਰਕੇ ਇਸ ਸੰਵਿਧਾਨ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਤੋਂ ਬਾਅਦ 42ਵੀਂ ਅਮੈਂਡਮੈਂਟ ਕਰਕੇ ਇਹੋ ਜਿਹੇ ਸ਼ਰਮਨਾਕ ਜਿਹੜੇ ਆ ਸ਼ਬਦ ਉਸ ਵਿੱਚ ਐਡ ਕੀਤੇ ਸੀ। ਉਸ ਵਿੱਚ ਇਹ ਲਿਖਿਆ ਸੀਗਾ ਕਿ ਜਿਹੜੀ ਪਾਰਲੀਮੈਂਟ ਆ, ਸੰਸਦ ਆ, ਉਹ ਸੰਵਿਧਾਨ ਨੂੰ ਕਿਸੇ ਵੀ ਹਾਲਤ ਵਿੱਚ ਜਿਹੜੀ ਆ ਕਿਸੇ ਵੀ ਰੂਪ 'ਚ ਚੇਂਜ ਕਰ ਸਕਦੀ, ਇੱਥੋਂ ਤੱਕ ਕਿ ਜਿਹੜੇ ਮੌਲਿਕ ਅਧਿਕਾਰ ਆ ਉਹਨਾਂ ਦਾ ਵੀ ਹਨਨ ਕਰ ਸਕਦੀ ਆ। ਤੇ ਕੋਈ ਵੀ ਅਦਾਲਤ ਵਿੱਚ, ਕੋਈ ਵੀ ਇਨਸਾਨ ਕੋਈ ਵੀ ਅਦਾਲਤ ਵਿੱਚ ਕਿਸੇ ਵੀ ਗਰਾਊਂਡ ਤੇ ਇਹਨਾਂ ਜਿਹੜੀਆਂ ਅਮੈਂਡਮੈਂਟ ਕੀਤੀ ਜਾਊਗੀ, ਇਹਨਾਂ ਨੂੰ ਸ਼ੋਧ ਕੀਤੀ ਜਾਊਗੀ ਸੰਵਿਧਾਨ ਦੇ ਵਿੱਚ, ਜਾਂ ਮੌਲਿਕ ਅਧਿਕਾਰਾਂ ਦਾ ਹਨਨ ਹੋਏਗਾ, ਉਸ ਦੇ ਰਿਗਾਰਡਿੰਗ ਕੋਈ ਚੈਲੰਜ ਨਹੀਂ ਹੋ ਸਕਦਾ। ਤੇ ਇਹ ਜਿਹੜੀਆਂ ਉਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਜਿਹੜੀ ਆ ਉਹ ਸਾਡੇ ਹੱਕ ਦੇ ਵਿੱਚ ਉਤਰੀ, ਆਮ ਲੋਕਾਂ ਦੇ ਹੱਕ 'ਚ ਉਤਰੀ। ਮਿਨਰਵਾ ਮਿਲ ਵਰਸਸ ਯੂਨੀਅਨ ਆਫ ਇੰਡੀਆ ਦਾ ਕੇਸ ਆਇਆ। ਉਸ ਤੋਂ ਪਹਿਲਾਂ 1973 ਵਿੱਚ ਕੇਸ਼ਵਾਨੰਦ ਭਾਰਤੀ ਵਰਸਸ ਸਟੇਟ ਆਫ ਕੇਰਲਾ ਦਾ ਕੇਸ ਆਇਆ। ਉਹ ਜਿਹੜੇ ਕੇਸ ਆ ਉਸ ਵਿੱਚ ਮਾਨਯੋਗ ਸੁਪਰੀਮ ਕੋਰਟ ਸਾਡੇ ਹੱਕ 'ਚ ਉਤਰੀ ਆ। ਅਸੀਂ ਇਹ ਨਹੀਂ ਕਹਿੰਦੇ ਕਿ ਮਾਨਯੋਗ ਸੁਪਰੀਮ ਕੋਰਟ ਨੇ ਸਾਡੇ ਹੱਕ 'ਚ ਨਹੀਂ ਉਤਰੀ। ਇੱਦਾਂ ਹੀ ਜਿਹੜਾ ਮਾਨਯੋਗ ਸੁਪਰੀਮ ਕੋਰਟ ਅੱਗੇ ਤੋਂ ਵੀ ਸਾਡੇ ਜਿਹੜੇ ਆ ਉਹ ਸੰਵਿਧਾਨਕ ਹੱਕਾਂ ਦੀ ਰਾਖੀ ਕਰੇ। ਤੇ ਜਿਹੜੀ ਆ ਇਹ ਜ਼ਾਲਮ ਸਰਕਾਰਾਂ ਆ, ਇਹਨਾਂ ਨੂੰ ਜਿਹੜੀ ਆ ਮੂੰਹ ਦੇ ਮੂੰਹ ਡਿੱਗਣ ਦੀ ਲੋੜ ਆ ਤੇ ਇਹਨਾਂ ਨੂੰ ਸਬਕ ਸਿਖਾਉਣ ਦੀ ਲੋੜ ਆ। ਜੇ ਸਾਡੇ ਧਰਨਾ ਪ੍ਰਦਰਸ਼ਨ ਜਿਹੜੇ ਹੁਣ ਸ਼ੁਰੂਆਤ ਹੋਈ ਆ, ਜੇ ਸਬਰ ਦਾ ਜਿਹੜਾ ਪਰਖ ਲਏਗੀ ਤੇ ਜੇ ਸਬਰ ਦਾ ਬੰਨ ਟੁੱਟ ਗਿਆ ਤਾਂ ਇਹਨਾਂ ਦੀਆਂ ਜਿਹੜੀਆਂ ਕੁਰਸੀਆਂ ਹੜ੍ਹ ਦੇ ਵਿੱਚ ਜਿਹੜੀਆਂ ਰੁੜਦੀਆਂ ਨਜ਼ਰ ਆਉਣਗੀਆਂ। ਇਹਨਾਂ ਕਰਨ ਲਈ ਬਹੁਤ ਬਹੁਤ ਧੰਨਵਾਦ। ਹਾਂ, ਥੈਂਕ ਯੂ ਤੁਹਾਡਾ ਤੇ ਸਾਂਝ ਟੀਵੀ ਵਾਲਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਇਹਨਾਂ ਦਾ ਮੈਂ ਦੇਖਦਾ ਰਹਿੰਦਾ ਕਿ ਇਹਨਾਂ ਨੇ ਹਰ ਵੇਲੇ ਜਿਹੜਾ ਆ ਇਹ ਸਿਸਟਮ ਬਣਾਈ ਰੱਖਦੇ ਆ। ਇਹ ਲਤਾੜੇ ਲੋਕਾਂ, ਗਰੀਬ ਲਤਾੜੇ ਹੋਏ ਲੋਕਾਂ ਦੇ ਲਈ ਜਿਹੜੀ ਆਵਾਜ਼ ਬੁਲੰਦ ਕਰਨ ਦਾ ਜਿਹੜਾ ਕੰਮ ਕਰਦੇ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਥੈਂਕ ਯੂ ਸੋ ਮਚ। ਸੋ ਲੋੜ ਹੈ ਜਿਹੇ ਸੂਝਵਾਨ ਲੋਕਾਂ ਨੂੰ ਅੱਗੇ ਆ ਕੇ ਆਪਣੀ ਜਿਹੜੀ ਜੋ ਵੀ ਇਹ ਨਹੀਂ ਆਪਣੇ ਹੱਕਾਂ ਪ੍ਰਤੀ ਜਾਂ ਸੰਵਿਧਾਨ ਦੇ ਜੋ ਹੱਕ ਸੀਗੇ ਉਹਦੇ ਕਰਕੇ ਜਿਹੜੀ ਨਹੀਂ ਪੜ੍ਹਾਈ ਕੀਤੀ ਹੈ। ਸੋ ਆਪਾਂ ਕਹਿੰਦੇ ਨੇ ਕਿ ਜੇਕਰ ਆਪਾਂ ਪੜ੍ਹਦੇ ਹਾਂ ਤਾਂ ਪੜ੍ਹ ਕੇ ਜਾ ਕੇ ਆਪਣੇ ਜਿਹੜੇ ਲੀਡਰ ਆ ਆਪਣੀ ਹੀ ਜਿਹੜੇ ਸਮਾਜ ਦਾ ਫਾਇਦਾ ਉਠਾ ਕੇ ਆਪਣੇ ਜਿਹੜੇ ਐਸੀ ਭਾਈਚਾਰੇ ਦੀ ਆਪਾਂ ਗੱਲ ਕਰ ਲਈਏ ਤਾਂ ਉਹਦੇ ਵਿੱਚੋਂ ਇਹ ਜਿਹੜੇ ਹੱਕ ਆ ਆਪਣੇ ਜਿਹੜੇ ਬਾਬਾ ਸਾਹਿਬ ਅੰਬੇਦਕਰ ਸਾਨੂੰ ਦੇ ਕੇ ਗਏ ਸੀ, ਉਹ ਹੱਕਾਂ ਨੂੰ ਲੈ ਕੇ ਆਪਾਂ ਵੱਡੇ ਵੱਡੇ ਅਹੁਦੇ ਤੱਕ ਤਾਂ ਪਹੁੰਚ ਜਾਂਦੇ ਆ, ਪਰ ਉੱਥੇ ਜਾ ਕੇ ਆਪਾਂ ਆਪਣੇ ਸਮਾਜ ਪ੍ਰਤੀ ਜਿਹੜੀ ਆਪਣੀ ਡਿਊਟੀ ਬਣਦੀ ਉਹ ਕਿਤੇ ਨਾ ਕਿਤੇ ਭੁੱਲ ਜਾਂਦੇ ਆ। ਸੋ ਅਜਿਹੇ ਇਹ ਲੋਕਾਂ ਦੀ ਲੋੜ ਹੈ ਜਿਹੜੇ ਆਪਣੇ ਸਮਾਜ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦੇ ਰਹਿਣ ਸਮੇਂ-ਸਮੇਂ ਤੇ, ਤਾਂ ਜੋ ਅਜਿਹੀਆਂ ਜਿਹੜੀਆਂ ਵਧੀਕੀਆਂ ਉਹ ਸਰਕਾਰਾਂ ਨਾ ਕਰ ਸਕਣ।